ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ। ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਮਹੱਲਾ ਚੌਥਾ। ਅੰਧੇ ਚਾਨਣ ਤਾਂ ਥੀਐ ਜਾ ਸਤਿਗੁਰ ਮਿਲੈ ਰਜਾਏ। ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ। ਅੰਧੇ ਚਾਨਣ ਤਾਂ ਥੀਐ ਜਾ ਸਤਿਗੁਰ ਮਿਲੈ ਰਜਾਏ। ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ। ਸਭ ਕਿਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ। ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ। ਸਭ ਕਿਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ। ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਵਡ ਭਾਗੇ ਹੋ। ਜੋ ਸਤਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੁਭਾਏਮਾਨ ਹੋ ਕਰਕੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਉਪਰੰਤ ਸਰਬ ਆਸਾ ਪੂਰਨ ਕਰਨ ਵਾਲੀ ਅੰਮ੍ਰਿਤਮਈ ਗੁਰਬਾਣੀ ਜੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸਾਹਿਬਾਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੋੜੀਏ। ਇਕਾਗਰ ਚਿੱਤ ਹੋ ਕਰਕੇ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿਆਗੜੇ ਦੀ ਵਾਰ ਵਿੱਚ ਇਹ ਪਾਵਨ ਸਲੋਕ ਦਰਜ ਕੀਤਾ ਹੈ। ਇਹਦੇ ਵਿੱਚ ਗੁਰੂ ਦੀ ਮਹਾਨਤਾ ਦੱਸੀ ਹੈ। ਗੁਰੂ ਤੋਂ ਬਿਨਾਂ ਇਹ ਸੰਸਾਰ ਦੇ ਜੀਵਾਂ ਦੀ ਹਾਲਤ ਵੀ ਦੱਸੀ ਹੈ। ਔਰ ਗੁਰੂ ਨੂੰ ਮਿਲ ਕੇ ਇਹ ਜੀਵ ਦੀ ਜੋ ਦਸ਼ਾ ਬਦਲ ਜਾਂਦੀ ਹੈ, ਜੋ ਅਵਸਥਾ 'ਚ ਪਰਿਵਰਤਨ ਆਉਂਦਾ ਹੈ,
ਉਹ ਵੀ ਸਤਿਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਹੈ। ਆਓ ਮਨ ਬਿਰਤੀਆਂ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਚਰਨਾਂ ਵਿੱਚ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਕਥਨ ਕਰਦੇ ਨੇ, ਅੰਧੇ ਚਾਨਣ ਤਾਂ ਥੀਐ, ਜਾਂ ਸਤਿਗੁਰ ਮਿਲੈ ਰਜਾਏ। ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ ਵੀ ਅੰਨਾ ਇਹ ਜੀਵ ਇਸ ਸੰਸਾਰ ਦੇ ਵਿੱਚ, ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹੁੰਦੀ ਅੱਖੀਂ ਅੰਨਾ ਹੋਵੇ। ਕਹਿੰਦੇ ਸਾਰੇ ਅੰਨੇ ਨੇ। ਹਾਂਜੀ, ਜਿਨ੍ਹਾਂ ਕੋਲ ਅੱਖਾਂ ਨੇ ਪਰ ਅੰਨੇ ਨੇ। ਸਤਿਗੁਰੂ ਜੀ ਨੇ ਅੰਨੇ ਦੀ ਪਰਿਭਾਸ਼ਾ ਵੀ ਆਪਣੀ ਬਾਣੀ ਵਿੱਚ ਲਿਖੀ ਹੈ। ਅੰਧੇ ਇਹ ਨਾ ਆਖੀਐ, ਜਿਨ ਮੁਖ ਲੋਇਣ ਨਾਹੇ। ਆਮ ਲੋਕ ਇਹ ਕਹਿੰਦੇ ਆ ਜਿਨ੍ਹਾਂ ਕੋਲ ਦੋ ਅੱਖਾਂ ਨਹੀਂ, ਅੰਨੇ ਨੇ, ਬਲਾਈਂਡ, ਦੇਖ ਨਹੀਂ ਸਕਦੇ। ਸੂਰਮਾ ਸਿੰਘ ਕਹਿ ਦਿਓ, ਬਲਾਈਂਡ ਕਹਿ ਦਿਓ, ਅੰਨਾ ਕਹਿ ਦਿਓ, ਸੂਰਦਾਸ ਕਹਿ ਦਿਓ, ਗੱਲ ਇੱਕੋ ਹੀ ਹੈ। ਵਾਹਿਗੁਰੂ ਨੇ ਜਿਹੜੇ 5 ਗਿਆਨ ਇੰਦਰੇ ਦਿੱਤੇ ਹਨ, ਉਹਨਾਂ ਵਿੱਚੋਂ ਅੱਖਾਂ ਬਹੁਤ ਮਹੱਤਵਪੂਰਨ ਹਨ। ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ ਉਹਨਾਂ ਨੂੰ ਸਮਾਜ ਵਿੱਚ ਅੰਨਾ ਆਖਿਆ ਜਾਂਦਾ ਹੈ। ਪਰ ਗੁਰੂ ਸਾਹਿਬ ਦਾ ਵਿਚਾਰ ਕੁਝ ਹੋਰ ਹੀ ਹੈ। ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਐ, ਜਿਨ ਮੁਖ ਲੋਇਣ ਨਾਹੇ। ਉਹਨਾਂ ਨੂੰ ਅੰਨੇ ਨਾ ਆਖੋ ਜਿਨ੍ਹਾਂ ਕੋਲ ਅੱਖਾਂ ਕੋਈ ਨਹੀਂ। ਫਿਰ ਕਹਿੰਦੇ ਕਿਹਨਾਂ ਨੂੰ ਅੰਨੇ ਆਖੋ? ਅੰਧੇ ਸੇਈ ਨਾਨਕਾ, ਜੇ ਖਸਮੋ ਕੁਥੇ ਜਾਹੇ। ਅੰਨੇ ਉਹ ਹਨ ਜਿਹੜੇ ਆਪਣੇ ਮਾਲਕ ਤੋਂ ਬੇਮੁਖ ਹੋ ਜਾਂਦੇ ਹਨ, ਜਿਹੜੇ ਆਪਣੇ ਖਸਮ ਤੋਂ ਕੁੱਥੇ ਕੁਰਾਏ ਪੈ ਜਾਂਦੇ ਹਨ। ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਦੀ ਹੋਂਦ ਤੋਂ ਮੁਨੱਕਰ ਹੋ ਜਾਂਦੇ ਹਨ। ਜਿਹੜੇ ਆਪਣੇ ਪ੍ਰੀਤਮ ਪਰਮੇਸ਼ਰ ਵਾਹਿਗੁਰੂ ਤੋਂ ਵਿਛੜ ਜਾਂਦੇ ਹਨ, ਉਹ ਅੰਨੇ ਹਨ। ਅੰਧੇ ਇਹ ਨਾ ਆਖੀਐ, ਜਿਨ ਮੁਖ ਲੋਇਣ ਨਾਹੇ। ਲੋਇਣ ਮੈਨੇ ਅੱਖਾਂ। ਅੰਧੇ ਉਹ ਨਹੀਂ ਜਿਨ੍ਹਾਂ ਕੋਲ ਅੱਖਾਂ ਨਹੀਂ। ਅੰਧੇ ਸੇਈ ਨਾਨਕਾ, ਅੰਨੇ ਉਹ ਹਨ, ਮਹਾਰਾਜ ਕਹਿੰਦੇ, ਜਿਨ ਮੁਖ ਲੋਇਣ, ਜੇ ਖਸਮੋ ਕੁੱਥੇ ਜਾਹੇ। ਜਿਹੜੇ ਆਪਣੇ ਖਸਮ ਤੋਂ ਵਾਹਿਗੁਰੂ ਤੋਂ ਕੁੱਥੇ ਹੋਏ ਹਨ, ਭਾਵ ਕੁਰਾਏ ਪਏ ਹੋਏ ਨੇ, ਖੁੰਝੇ ਹੋਏ ਹਨ, ਭਟਕੇ ਹੋਏ ਹਨ। ਉਹਨਾਂ ਬਾਰੇ ਭਾਈ ਗੁਰਦਾਸ ਜੀ ਦੀ ਇਹ ਪੰਗਤੀ ਹੈ, ਹੁੰਦੀ ਅੱਖੀਂ ਅੰਨਾ ਹੋਵੇ। ਅੱਖਾਂ ਹਨ, ਅੱਖਾਂ ਨਾਲ ਦਿਸਦਾ ਵੀ ਹੈ, ਫਿਰ ਵੀ ਅੰਨਾ ਹੈ। ਅਤੇ ਜਿਹੜੇ ਬੰਦੇ ਖਸਮ ਨਾਲ ਜੁੜ ਗਏ ਹਨ, ਜਿਹੜੇ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ, ਕਰਤੇ ਦੇ ਨਾਲ ਜੁੜ ਗਏ ਹਨ, ਉਹ ਭਾਵੇਂ ਅੱਖਾਂ ਤੋਂ ਨਾ ਵੀ ਦਿਸਦਾ ਹੋਵੇ, ਸੂਰਮੇ ਵੀ ਹੋਣ, ਤਾਂ ਵੀ ਉਹ ਸੁਜਾਖੇ ਹਨ। ਭਗਤ ਸੂਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੀ ਹੈ, ਛਾੜ ਮਨ ਹਰ ਬਿਮੁਖਨ ਕੋ ਸੰਗ। ਇੱਕੋ ਹੀ ਪਾਵਨ ਪੰਗਤੀ ਭਗਤ ਸੂਰਦਾਸ ਜੀ ਨੇ ਉਚਾਰਨ ਕੀਤੀ, ਛਾੜ ਮਨ ਹਰ ਬਿਮੁਖਨ ਕੋ ਸੰਗ। ਹੇ ਮੇਰੇ ਮਨਾ, ਜਿਹੜੇ ਹਰੀ ਤੋਂ, ਪਰਮਾਤਮਾ ਤੋਂ, ਵਾਹਿਗੁਰੂ ਤੋਂ ਬੇਮੁਖ ਹਨ, ਤੂੰ ਉਹਨਾਂ ਦੀ ਸੰਗਤ ਕਰਨੀ ਛੱਡ ਦੇ। ਇਹ ਪਾਵਨ ਪੰਗਤੀ ਭਗਤ ਸੂਰਦਾਸ ਜੀ ਦੀ ਹੈ। ਅਤੇ ਭਗਤ ਸੂਰਦਾਸ ਜੀ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਨੇਤਰਾਂ ਤੋਂ ਹੀਣੇ ਸਨ, ਅੱਖਾਂ ਤੋਂ ਦਿਸਦਾ ਨਹੀਂ ਸੀ। ਪਰ ਜਿਹੜੀ ਉਹਨਾਂ ਨੇ ਬਾਣੀ ਰਚੀ ਹੈ, ਸੂਰਦਾਸ ਦੇ ਪਦ, ਉਹ ਬਹੁਤ ਪ੍ਰਸਿੱਧ ਉਹਨਾਂ ਦੀ ਬਾਣੀ। ਕਿਉਂਕਿ ਬਿਰਜ ਹਿੰਦੀ ਕਵਿਤਾ ਦੇ ਵਿੱਚ ਕਹਿ ਲਈਏ
ਸੂਰ ਸੂਰ ਤੁਲਸੀ ਸਸੀ ਕੇਸਵ ਉਡਗਣ ਕੇਸਵ ਦਾਸ। ਕਹਿੰਦੇ ਸੂਰਦਾਸ ਤਾਂ ਸੂਰਜ ਹੈ ਅਤੇ ਤੁਲਸੀ ਚੰਦਰਮਾ ਹੈ ਅਤੇ ਕੇਸਵ ਦਾਸ ਤਾਰੇ ਹੀ ਹੈ ਉਹਨਾਂ ਦੇ ਸਾਹਮਣੇ। ਯਾਨੀ ਕਵੀਆਂ ਦੇ ਮੰਡਲ ਦਾ ਸੂਰਜ ਮੰਨਿਆ ਜਾਂਦਾ ਸੂਰਦਾਸ ਨੂੰ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਲੀਲਾ ਉੱਤੇ ਬਹੁਤ ਜ਼ਿਆਦਾ ਪਦ ਉਹਨਾਂ ਨੇ ਰਚੇ ਹਨ ਸੂਰਦਾਸ ਦੀ ਬਾਣੀ ਵਿੱਚ। ਅਤੇ ਸੂਰਦਾਸ ਜੀ ਅੱਖਾਂ ਤੋਂ ਦਿਸਦਾ ਨਹੀਂ, ਪਰ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਅੱਜ ਭਗਵਾਨ ਜੀ ਤੁਸੀਂ ਪੀਲੇ ਕੱਪੜੇ ਪਾਏ ਨੇ, ਬੜੇ ਸੋਹਣੇ ਲੱਗ ਰਹੇ ਨੇ। ਅੱਜ ਭਗਵਾਨ ਜੀ ਨੇ ਮੋਰ ਮੁਕਟ ਪਹਿਨਿਆ ਹੈ, ਮੋਰ ਦੇ ਖੰਭਾਂ ਦੇ ਵਿੱਚ ਜਿਹੜੇ ਰੰਗ ਹੁੰਦੇ ਨੇ ਉਹ ਵੀ ਲਿਖ ਦਿੱਤੇ ਹਨ। ਭਗਵਾਨ ਜੀ ਦਾ ਸਾਂਵਲਾ ਰੰਗ ਲਿਖ ਦਿੱਤਾ ਹੈ। ਸੱਤੇ ਰੰਗਾਂ ਦਾ ਅਨੁਭਵ ਇਸ ਦੁਨੀਆ 'ਚ ਦੱਸੋ ਕਿਸ ਅੰਨ੍ਹੇ ਨੂੰ ਹੋਇਆ ਹੈ? ਜਿਹੜਾ ਜਨਮ ਜਾਤ ਅੰਨ੍ਹਾ ਹੋਵੇ, ਨੇਤਰਾਂ ਤੋਂ ਨਾ ਦਿਸਦਾ ਹੋਵੇ, ਉਸ ਬੰਦੇ ਨੂੰ ਤਾਂ ਕਿਸੇ ਰੰਗ ਦਾ ਵੀ ਅਨੁਭਵ ਨਹੀਂ ਹੋ ਸਕਦਾ। ਪੀਲਾ, ਨੀਲਾ, ਲਾਲ, ਕਾਲਾ, ਚਿੱਟਾ, ਹਰਾ, ਜਿੰਨੇ ਵੀ ਰੰਗ ਹਨ, ਕਿਸੇ ਰੰਗ ਦਾ ਵੀ ਅਨੁਭਵ ਨਹੀਂ ਹੋ ਸਕਦਾ। ਪਰ ਸੂਰਦਾਸ ਨੂੰ ਹੋ ਰਿਹਾ ਹੈ। ਸੂਰਦਾਸ ਆਪਣੀ ਕਵਿਤਾ ਵਿੱਚ, ਆਪਣੇ ਛੰਦਾਂ ਵਿੱਚ, ਆਪਣੇ ਪਦਾਂ ਵਿੱਚ ਸਾਰੇ ਰੰਗਾਂ ਦਾ ਵਰਣਨ ਕਰ ਰਹੇ ਨੇ। ਕਿੱਥੋਂ ਆ ਰਹੀ ਹੈ ਇਹ ਗੱਲ? ਅਸਲ ਅੰਦਰਲੀ ਅੱਖ ਖੁੱਲ੍ਹੀ ਹੋਈ ਹੈ, ਅਨੁਭਵ ਦੀ ਅੱਖ ਖੁੱਲ੍ਹੀ ਹੋਈ ਹੈ। ਅਸਲ ਅੱਖ ਹੀ ਉਹ ਹੈ। ਆਹ ਜਿਹੜੀਆਂ ਅੱਖਾਂ ਅਸੀਂ ਲਈ ਫਿਰਦੇ ਹਾਂ, ਇਹ ਤਾਂ ਹੁੰਦਿਆਂ ਵੀ ਅੰਨੇ ਹੀ ਆ। ਇਹਨਾਂ ਅੱਖਾਂ ਦੀ ਕੋਈ ਵੈਲਿਊ ਇੰਨੀ ਨਹੀਂ ਹੈ। ਠੀਕ ਹੈ, ਸਾਨੂੰ ਮਹਾਰਾਜ ਨੇ ਦਿੱਤੀਆਂ ਨੇ। ਜੇਕਰ ਅਸੀਂ ਇਹਨਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰੀਏ, ਮਹਾਂਪੁਰਸ਼ਾਂ, ਸੰਤਾਂ, ਬ੍ਰਹਮ ਗਿਆਨੀਆਂ, ਭਗਤਾਂ ਦੇ ਦਰਸ਼ਨ ਕਰੀਏ, ਗੁਰੂ ਕੇ ਅਸਥਾਨਾਂ ਦੇ ਤੀਰਥਾਂ ਦੇ ਦਰਸ਼ਨ ਕਰੀਏ, ਫਿਰ ਤਾਂ ਇਹ ਅੱਖਾਂ ਸਫਲੀਆਂ ਹਨ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਨੇਤਰਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤਾਂ ਫਿਰ ਤਾਂ ਇਹ ਅੱਖਾਂ ਸਫਲ ਹੋ ਜਾਣ, ਪਰ ਅਸੀਂ ਕਰਦੇ ਨਹੀਂ। ਅਸੀਂ ਇਹਨਾਂ ਅੱਖਾਂ ਨਾਲ ਪਰਾਇਆ ਰੂਪ ਦੇਖਦੇ ਹਾਂ, ਲੋਕਾਂ ਦੇ ਔਗਣ ਵੇਖਦੇ ਹਾਂ, ਲੋਕਾਂ ਦੀਆਂ ਬੁਰਾਈਆਂ ਦੇਖਦੇ ਹਾਂ। ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਵਿਖਮ ਥਾਏ ਮਿੱਠਾ ਮਧ ਮਾਣੀ। ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਅਸੀਂ ਇਹਨਾਂ ਦੇ ਨਾਲ ਧੀਆਂ ਭੈਣਾਂ ਦਾ ਰੂਪ ਦੇਖਦੇ ਹਾਂ, ਲੋਕਾਂ ਦੇ ਔਗਣ ਦੇਖਦੇ ਹਾਂ, ਬੁਰੀ ਦ੍ਰਿਸ਼ਟੀ ਨਾਲ ਦੇਖਦੇ ਹਾਂ। ਫਿਰ ਅੱਖਾਂ ਅੰਨੀਆਂ ਹੀ ਨੇ, ਹੋਰ ਕੀ ਹਨ? ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਨੇ ਇਹਨਾਂ ਅੱਖਾਂ ਨਾਲ ਗੁਰੂ ਵੇਖਿਆ ਹੈ, ਗੁਰਬਾਣੀ ਵੇਖੀ ਹੈ, ਔਰ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਵੇਖੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਹ ਧਨ ਹਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸੰਸਾਰ ਅੰਨਾ ਹੀ ਹੈ। ਕਹਿੰਦੇ ਕਦੀ ਇਹਨਾਂ ਨੂੰ ਚਾਨਣਾ ਮਿਲ ਸਕਦਾ, ਇਹਨਾਂ ਅੱਖਾਂ ਦੇ ਵਿੱਚ ਰੋਸ਼ਨੀ ਆ ਸਕਦੀ ਹੈ। ਜਿਵੇਂ ਕੋਈ ਬਲਾਈਂਡ ਬੰਦਾ ਡਾਕਟਰਾਂ ਕੋਲ ਜਾ ਕੇ ਹਸਪਤਾਲਾਂ 'ਚ ਗੇੜੇ ਲਾਈ ਜਾਂਦਾ, ਡਾਕਟਰ ਸਾਹਿਬ ਕੀ ਮੈਨੂੰ ਅੱਖ ਮਿਲ ਸਕਦੀ ਹੈ? ਮੈਨੂੰ ਨਜ਼ਰ ਮੇਰੀ ਵਾਪਸ ਆ ਸਕਦੀ ਹੈ? ਮੈਂ ਦੇਖਣ ਜੋਗਾ ਹੋ ਸਕਦਾ ਹਾਂ? ਇੱਦਾਂ ਪੁੱਛਦੇ। ਡਾਕਟਰ ਕਹਿੰਦਾ ਹੈ ਚੈੱਕਅਪ ਕਰਕੇ ਵੀ ਹਾਂ, ਜੇ ਕੋਈ ਆਪਣੀਆਂ ਅੱਖਾਂ ਤੈਨੂੰ ਦਾਨ ਕਰ ਦੇਵੇ ਤਾਂ ਤੈਨੂੰ ਅੱਖਾਂ ਮਿਲ ਸਕਦੀਆਂ ਹਨ, ਜਾਂ ਤੇਰੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਹੈ, ਜੇ ਤੇਰੀਆਂ ਅੱਖਾਂ ਦਾ ਆਪਰੇਸ਼ਨ ਕਰ ਦਈਏ ਤਾਂ ਠੀਕ ਹੋ ਸਕਦਾ ਹੈ, ਜਾਂ ਆਹ ਦਵਾਈ ਪਾਏਗਾ ਅਤੇ ਇਸ ਦਵਾਈ ਦੇ ਨਾਲ ਤੇਰੀਆਂ ਅੱਖਾਂ ਠੀਕ ਹੋ ਸਕਦੀਆਂ ਨੇ। ਕੁਛ ਨਾ ਕੁਛ ਡਾਕਟਰ ਦੱਸ ਦੇਵੇ ਅਤੇ ਉਸ ਅੰਨ੍ਹੇ ਨੂੰ ਵੀ ਦਿਲਾਸਾ ਹੋ ਜਾਂਦਾ, ਹੌਸਲਾ ਹੋ ਜਾਂਦਾ ਹੈ। ਉਹ ਵੀ ਸੋਚਦਾ ਵੀ ਚਲੋ ਮੈਨੂੰ ਅੱਖਾਂ ਮਿਲ ਜਾਣਗੀਆਂ। ਕਈ ਵਾਰੀ ਮਿਲ ਵੀ ਜਾਂਦੀਆਂ ਹਨ। ਸਿਆਣੇ ਡਾਕਟਰ ਆਪਰੇਸ਼ਨ ਕਰਕੇ ਕਿਸੇ ਦੂਸਰੇ ਦੀ, ਜਿਹੜਾ ਬੰਦਾ ਚੜ੍ਹਾਈ ਕਰ ਗਿਆ ਹੋਵੇ,
ਉਹਦੀਆਂ ਅੱਖਾਂ ਕੱਢ ਕੇ ਉਹਦੀਆਂ ਅੱਖਾਂ 'ਚ ਪਾ ਦਿੰਦੇ ਹੈ, ਉਸ ਬੰਦੇ ਨੂੰ ਦਿਸਣ ਲੱਗ ਜਾਂਦਾ ਹੈ। ਸਾਧ ਸੰਗਤ ਜੀ, ਸਾਨੂੰ ਵੀ ਕੋਈ ਅੱਖਾਂ ਦੇ ਸਕਦਾ ਹੈ? ਅਸੀਂ ਵੀ ਅੰਨੇ ਹਾਂ, ਪਰਮਾਤਮਾ ਵੱਲੋਂ ਅੰਨੇ ਹਾਂ, ਰੂਹਾਨੀਅਤ ਵੱਲੋਂ ਅੰਨੇ ਹਾਂ, ਆਤਮਿਕ ਤੌਰ 'ਤੇ ਅੰਨੇ ਹਾਂ। ਮਹਾਰਾਜ ਕਹਿੰਦੇ ਹਾਂ ਸਾਨੂੰ ਵੀ ਅੱਖਾਂ ਮਿਲ ਸਕਦੀਆਂ ਨੇ, ਰੋਸ਼ਨੀ ਮਿਲ ਸਕਦੀ ਹੈ, ਜੇ ਸਤਿਗੁਰੂ ਮਿਲ ਜਾਵੇ। ਅੰਧੇ ਚਾਨਣ ਤਾਂ ਥੀਐ, ਜਾਂ ਸਤਿਗੁਰ ਮਿਲੈ ਰਜਾਏ। ਅੰਨੇ ਨੂੰ ਤਾਂ ਚਾਨਣ ਹੋਏਗਾ ਜੇ ਉਹਨੂੰ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਮਿਲਣਗੇ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਜੇ ਸਤਿਗੁਰੂ ਮਿਲ ਜਾਣ ਵਾਹਿਗੁਰੂ ਦੀ ਰਜਾ ਦੇ ਮੁਤਾਬਕ ਕਿ ਲਿਖਿਆ ਹੋਵੇ ਕਰਮਾਂ 'ਚ, ਕਿਉਂਕਿ ਬਿਨਾਂ ਭਾਗਾਂ ਦੇ ਤਾਂ ਗੁਰੂ ਮਿਲਦਾ ਨਹੀਂ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਦੇ ਮੱਥੇ ਦੇ ਧੁਰ ਤੋਂ ਪ੍ਰਭੂ ਨੇ ਲਿਖਿਆ ਸੀ, ਉਹਨਾਂ ਨੂੰ ਪੂਰਾ ਗੁਰੂ ਮਿਲਦਾ ਹੈ। ਪੂਰੇ ਗੁਰੂ ਦੇ ਦਰਸ਼ਨ, ਪੂਰੇ ਗੁਰੂ ਦੀ ਬਾਣੀ, ਪੂਰੇ ਗੁਰੂ ਦੇ ਸੰਗਤ ਬਚਨ ਉਹ ਸੁਣਦੇ ਹਨ ਜਿਨ੍ਹਾਂ ਦੇ ਮੱਥੇ 'ਤੇ ਵਾਹਿਗੁਰੂ ਵੱਲੋਂ ਲੇਖ ਹੁੰਦੇ ਹਨ। ਜਾਂ ਸਤਿਗੁਰ ਮਿਲੈ ਰਜਾਏ। ਜੇ ਗੁਰੂ ਪਰਮੇਸ਼ਰ ਮਿਲ ਜਾਣ ਫਿਰ ਕੀ ਹੋਏਗਾ? ਬੰਧਨ ਤੋੜੈ। ਸਿੱਖ ਦੇ ਜਿਹੜੇ ਬੰਧਨ ਜੀਵ ਨੂੰ ਪਏ ਹੋਏ ਨੇ, ਪਹਿਲੀ ਪੰਕਤੀ 'ਚ ਮਹਾਰਾਜ ਨੇ ਲਿਖਿਆ ਸੀ, ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਧੰਦ, ਜੈ ਦੇਖਾਂ ਤਹਿ ਜੇਵਰੀ, ਮਾਇਆ ਕਾ ਸੰਬੰਧ, ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ। ਵੀ ਅੰਨੇ ਜੀਵਾਂ ਨੂੰ ਬੰਧਨ ਪਏ ਹੋਏ ਨੇ। ਕਿਸੇ ਨੂੰ ਕਰਮ ਧਰਮ ਦੇ ਬੰਧਨ ਪਏ ਹੋਏ ਨੇ, ਕਿਸੇ ਨੂੰ ਪਾਪ ਪੁੰਨ ਦੇ ਪਏ ਹੋਏ ਨੇ, ਕਿਸੇ ਨੂੰ ਮਮਤਾ ਮੋਹ ਦੇ ਪਏ ਹੋਏ ਨੇ, ਪੁੱਤਰਾਂ ਕਲਤਰਾਂ ਦੇ ਪਏ ਹੋਏ ਨੇ। ਜਿੱਥੇ ਵੀ ਨਿਗਾਹ ਮਾਰਦੇ ਆ ਬੰਧਨ ਹੀ ਬੰਧਨ ਨੇ। ਜੈ ਦੇਖਾਂ ਤਹਿ ਜੇਵਰੀ, ਜੇਵਰੀ ਕਹਿੰਦੇ ਨੇ ਸੰਗਲ ਨੂੰ। ਹੱਥ ਕੜੀਆਂ ਲੱਗੀਆਂ ਨੇ, ਬੇੜੀਆਂ ਪਈਆਂ ਨੇ, ਸਾਰੇ ਫਸੇ ਹੋਏ ਨੇ। ਕੋਈ ਆਜ਼ਾਦ ਨਹੀਂ ਹੈ ਇਸ ਦੁਨੀਆ 'ਚ, ਕਿਸੇ ਕੋਲ ਫਰੀਡਮ ਨਹੀਂ ਹੈ, ਸਾਰੇ ਕੈਦੀ ਹਾਂ। ਕਹਿੰਦੇ ਇਹ ਅੰਨੇ ਜੀਵ ਜਿਹੜੇ ਬੰਧਨ ਵਿੱਚ ਪਏ ਹੋਏ ਨੇ, ਇਹਨਾਂ ਦੇ ਬੰਧਨ ਸਤਿਗੁਰੂ ਤੋੜ ਸਕਦਾ ਹੈ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁਰ ਨਾ ਗਰਭ ਮਝਾਰੀ ਜੀਓ। ਮਹਾਰਾਜ ਬੰਧਨ ਕੱਟਦੇ ਨੇ, ਗਰਭ ਜੂਨੀ 'ਚ ਨਹੀਂ ਪੈਣ ਦਿੰਦੇ ਦੁਬਾਰਾ। ਸੱਚ ਵਸੈ। ਫਿਰ ਇਹ ਜੀਵ ਆਤਮਾ ਜਨਮ ਮਰਨ ਦੇ ਬੰਧਨਾਂ 'ਚੋਂ ਨਿਕਲ ਕੇ ਉਸ ਪਰਮ ਸੱਤ ਪਰਮਾਤਮਾ ਵਾਹਿਗੁਰੂ ਵਿੱਚ ਲੀਨ ਹੋ ਜਾਂਦੀ ਹੈ। ਵਰਤਣ ਵਰਤੈ ਅੰਧ। ਅਤੇ ਬਾਕੀ ਸੰਸਾਰ ਜਿਹੜਾ ਹੈ ਹਨੇਰੇ ਵਿੱਚ ਫਸਿਆ, ਅੰਨੇ ਲੋਕ ਅੰਨੀ ਵਰਤਣੀ ਵਰਤੀ ਜਾਂਦੇ ਹਨ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਗੁਰੂ ਕਿਰਪਾ ਕਰਕੇ ਅਗਿਆਨਤਾ ਦਾ ਅੰਧੇਰਾ ਦੂਰ ਕਰ ਦਿੰਦੇ ਨੇ। ਸਭ ਕੁਛ ਦੇਖੈ ਤਿਸੈ ਕਾ, ਜਿਨ ਕੀਆ ਤਨ ਸਾਜ। ਫਿਰ ਐਸੀ ਅਵਸਥਾ ਬਣਦੀ ਹੈ, ਐਸੀ ਸੁਰਤ ਬਣਦੀ ਹੈ ਕਿ ਜੋ ਕੁਛ ਵੀ ਹੈ, ਜੋ ਕੁਛ ਵੀ ਹੈ ਉਹ ਵਾਹਿਗੁਰੂ ਦਾ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਗੁਰਮਤਿ ਦੀ ਸਾਧ ਸੰਗਤ ਦੀ ਜਿਹੜੀ ਪੜ੍ਹਾਈ ਹੈ ਉਹ ਸਕੂਲਾਂ ਕਾਲਜਾਂ 'ਚ ਨਹੀਂ ਹੁੰਦੀ। ਗੁਰਮਤਿ ਦੀ ਪੜ੍ਹਾਈ ਯੂਨੀਵਰਸਿਟੀਆਂ ਵਿੱਚ ਨਹੀਂ ਹੁੰਦੀ। ਗੁਰਮਤਿ ਦੀ ਪੜ੍ਹਾਈ ਗੁਰੂ ਦੇ ਚਰਨਾਂ 'ਚ ਰਹਿ ਕੇ ਹੁੰਦੀ ਹੈ। ਭਾਂਡੇ ਮਾਂਜ ਕੇ, ਝਾੜੂ ਫੇਰ ਕੇ ਗੁਰੂ ਕੋਲੋਂ ਇਹ ਵਿੱਦਿਆ ਮਿਲਦੀ ਹੈ। 3 ਪ੍ਰਕਾਰ ਦੀ ਵਿੱਦਿਆ ਲੈਣ ਦੀ ਤਰਤੀਬ ਵਿਦਵਾਨਾਂ ਨੇ ਦੱਸੀ, ਤਰੀਕਾ ਦੱਸਿਆ ਹੈ। 3 ਤਰ੍ਹਾਂ ਵਿੱਦਿਆ ਮਿਲਦੀ ਹੈ ਸੰਸਾਰ ਪੂਰੇ ਵਰਲਡ ਵਿੱਚ। 3 ਹੀ ਤਰੀਕੇ ਹਨ, ਚੌਥਾ ਕੋਈ ਨਹੀਂ। ਕਿਹੜੇ 3 ਤਰੀਕੇ ਹਨ ਵਿੱਦਿਆ ਲੈਣ ਦੇ? ਵਿੱਦਿਆ ਵੀ 2 ਪ੍ਰਕਾਰ ਦੀ ਹੈ। ਇੱਕ ਵਿੱਦਿਆ ਜੋ ਸੰਸਾਰੀ ਵਿਹਾਰ ਚਲਾਉਣ ਵਾਸਤੇ ਹੈ। ਖੇਤੀਬਾੜੀ ਕਰਨੀ ਹੋਵੇ, ਦੁਕਾਨਦਾਰੀ ਕਰਨੀ ਹੋਵੇ, ਬਿਜ਼ਨਸ ਕਰਨਾ ਹੋਵੇ, ਨੌਕਰੀ ਕਰਨੀ ਹੋਵੇ, ਕੋਈ ਕਾਰੋਬਾਰ ਕਰਨਾ ਹੋਵੇ, ਕੋਈ ਟੈਕਨੀਕਲ ਕੰਮ ਸਿੱਖਣਾ ਹੋਵੇ, ਕੋਈ ਦੁਨਿਆਵੀ ਪੜ੍ਹਾਈ ਪੜ੍ਹਨੀ ਹੋਵੇ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਉਹ ਪੜ੍ਹਾਈ ਜਾਂਦੀ, ਉਹ ਸੰਸਾਰੀ ਵਿੱਦਿਆ ਹੈ।
ਉਹ ਵਿਹਾਰਕ ਵਿੱਦਿਆ ਹੈ। ਇੱਕ ਵਿੱਦਿਆ ਉਹ ਹੈ ਜਿਹੜੀ ਆਪਣੇ ਆਪ ਨੂੰ ਜਾਣਨ ਵਾਸਤੇ ਹੈ। ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਇਹ ਸੰਸਾਰ ਕੀ ਹੈ। ਪਹਿਲਾਂ ਤਾਂ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਬੰਦੇ ਦੇ ਮਨ 'ਚ ਛੇਤੀ ਕੀਤਿਆਂ ਵੀ ਮੈਂ ਕੌਣ ਹਾਂ। ਬਹੁਤ ਭਾਗਾਂ ਵਾਲੇ ਬੰਦੇ ਹਨ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆਉਂਦੀ ਹੈ ਮੈਂ ਕੌਣ ਹਾਂ। ਇਹ ਕੁਐਸਚਨ ਉੱਠਦਾ ਹੈ। ਫਿਰ ਉਹ ਗੁਰੂ ਕੋਲ ਜਾਂਦੇ ਹਨ ਉਹਦਾ ਜਵਾਬ ਲੈਣ ਵਾਸਤੇ, ਕਿਉਂਕਿ ਉਹ ਉਸ ਗੱਲ ਦਾ ਜਵਾਬ ਸੰਸਾਰ ਦੇ ਵਿੱਚ ਨਹੀਂ ਮਿਲਦਾ, ਸੰਸਾਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਨਹੀਂ ਮਿਲਦਾ। ਉਹ ਜਵਾਬ ਸਤਿਗੁਰੂ ਨਾਨਕ ਦੇਵ ਜੀ ਕੋਲੋਂ ਮਿਲਦਾ ਹੈ। ਅਤੇ ਉੱਥੇ ਜਾ ਕੇ ਫਿਰ ਉਹ ਬ੍ਰਹਮ ਵਿੱਦਿਆ ਪੜ੍ਹੀ ਜਾਂਦੀ ਹੈ। ਜਿਹੜੀ ਬ੍ਰਹਮ ਵਿੱਦਿਆ ਹੈ ਉਹਦੇ ਪੜ੍ਹਨ ਦਾ, ਸਾਰੀ ਵਿੱਦਿਆ ਦਾ 3 ਤਰੀਕਿਆਂ ਨਾਲ ਮਹਾਂਪੁਰਸ਼ਾਂ ਨੇ ਦੱਸਿਆ ਹੈ। ਸਾਰੀ ਸੰਸਾਰ ਦੀ ਵਿੱਦਿਆ ਅਤੇ ਬ੍ਰਹਮ ਵਿੱਦਿਆ ਦਾ ਪ੍ਰਾਪਤ ਕਰਨ ਦਾ ਵਸੀਲਾ ਢੰਗ ਕੀ ਹੈ। ਗੁਰ ਸੇਵਾ ਵਾ ਦਰਬ ਕਰ ਵਿੱਦਿਆ ਵਿੱਦਿਆ ਹੋਏ। ਪਹਿਲਾ ਤਰੀਕਾ ਹੈ ਆਪਣੇ ਗੁਰੂ ਦੀ ਸੇਵਾ ਕਰਨੀ। ਦੂਜਾ ਤਰੀਕਾ ਹੈ ਗੁਰੂ ਨੂੰ ਪੈਸੇ ਦੇਣੇ, ਫੀਸ ਦੇਣੀ। ਤੀਜਾ ਤਰੀਕਾ ਹੈ ਜਿਹੜੇ ਕੋਲੋਂ ਆਪਾਂ ਕੁਝ ਪੜ੍ਹ ਰਹੇ ਹਾਂ ਉਹਨੂੰ ਉਹਦੇ ਬਦਲੇ 'ਚ ਕੁਝ ਪੜ੍ਹਾ ਦੇਣਾ। ਮੰਨ ਲਓ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਬੱਚੇ ਪੜ੍ਹਦੇ ਨੇ। ਆਹ ਅੰਗਰੇਜ਼ਾਂ ਦਾ ਬਣਾਇਆ ਸਿਸਟਮ। ਸਾਧ ਸੰਗਤ ਜੀ ਪੰਜਾਬ ਵਿੱਚ ਵੀ 1849 'ਚ ਕਬਜ਼ਾ ਕੀਤਾ ਅੰਗਰੇਜ਼ਾਂ ਨੇ। ਉਹਨਾਂ ਨੇ ਸਾਡੀ ਪੜ੍ਹਾਈ ਦਾ ਸਿਸਟਮ ਬਦਲਿਆ। ਸਭ ਤੋਂ ਪਹਿਲਾਂ ਤਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ 20,000 ਗੁਰਮੁਖੀ ਕਾਇਦਾ ਲਿਖਿਆ ਸੀਗਾ, ਪੰਜਾਬ 'ਚ ਵੰਡਿਆ ਸੀ। ਸਕੂਲ ਬਣਾਏ ਸੀ ਗੁਰਮੁਖੀ ਪੜ੍ਹਾਉਣ ਦੇ, ਡੇਰੇ, ਧਰਮਸ਼ਾਲਾ। ਉਹਨਾਂ 'ਚੋਂ ਕਾਇਦੇ ਕੱਢ ਕੱਢ ਕੇ ਸਾੜ ਦਿੱਤੇ ਸਨ। ਇਹ ਸਾਡੇ ਕੋਲ ਲਿਖਤੀ ਰਿਕਾਰਡ ਹਨ ਸਾਰੇ, ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ, ਗੁਰੂ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਬਾਣੀ ਅਲੋਪ ਕੀਤੀ ਗਈ ਸੀ। ਕਾਇਦੇ ਸਾੜੇ ਸਨ, ਸ਼ਸਤਰ ਸਿੱਖਾਂ ਦੇ ਖੋਹ ਲਏ ਸਨ, ਗੁਲਾਮ ਬਣਾਇਆ ਸੀਗਾ। ਅਤੇ ਆਪਣੀ ਪੜ੍ਹਾਈ ਦਾ ਜਿਹੜਾ ਆ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ ਦਾ, ਪ੍ਰੋਫੈਸਰਾਂ ਦਾ ਸਿਸਟਮ ਸ਼ੁਰੂ ਕੀਤਾ ਸੀ। ਆਪ ਹੀ ਸਿੰਘ ਸਭਾ ਲਹਿਰ ਸ਼ੁਰੂ ਕਰਾ ਕੇ ਸਕੂਲ, ਕਾਲਜ ਬਣਾ ਕੇ ਸਿੱਖਾਂ ਨੂੰ ਉਸ ਤਰ੍ਹਾਂ ਦੀ ਪੜ੍ਹਾਈ ਕਰਾਈ ਸੀ ਵੀ ਪੁਰਾਣੀ ਪੜ੍ਹਾਈ ਜਿਹੜੀ ਹੈ ਵਿੱਦਿਆ ਉਹ ਖ਼ਤਮ ਕਰ ਦਿਓ। ਫੀਸ ਦੇਣ ਦਾ ਸਿਸਟਮ ਦਿੱਤਾ, ਪੈਸਿਆਂ ਨਾਲ ਵਿੱਦਿਆ ਪੜ੍ਹਾਂਗੇ। ਜਦੋਂ ਪੈਸਿਆਂ ਨਾਲ ਵਿੱਦਿਆ ਪੜ੍ਹਦੇ, ਸਤਿਕਾਰ ਨਹੀਂ ਰਹਿੰਦਾ ਟੀਚਰ ਦਾ। ਮੈਂ ਆਪ ਦੇਖਿਆ ਕਾਲਜਾਂ 'ਚ ਮੁੰਡੇ ਕੁਰਸੀਆਂ ਦੇ ਨਾਲ ਪ੍ਰੋਫੈਸਰਾਂ ਨੂੰ ਕੁੱਟਦੇ ਹੋਏ। ਕੁਰਸੀ ਚੁੱਕਣੀ, ਪ੍ਰੋਫੈਸਰ ਦੇ ਸਿਰ 'ਚ ਮਾਰ ਦੇਣੀ। ਇਹ ਪਿਛਲੀ ਸਦੀ 'ਚ ਹੋ ਚੁੱਕਾ ਸਾਰਾ ਕੁਝ। ਪਰ ਜਿਹੜਾ ਅਸਲ ਤਰੀਕਾ ਹੈ ਗੁਰ ਸੇਵਾ, ਆਪਣੇ ਗੁਰੂ ਦੀ ਸੇਵਾ ਕਰਨੀ। ਗੁਰੂ ਦੀ ਸੇਵਾ, ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬ੍ਰਹਮ ਵਿੱਦਿਆ ਲੈਣ ਵਾਸਤੇ, ਉਹਨਾਂ ਨੇ ਗੱਦੀ ਲੈਣ ਵਾਸਤੇ ਨਹੀਂ ਕੀਤਾ। ਗੱਦੀ ਤਾਂ ਗੁਰੂ ਨੇ ਆਪਣੀ ਖੁਸ਼ੀ ਨਾਲ ਦਿੱਤੀ, ਆਪਣੀ ਜੋਤ ਟਿਕਾਈ। ਪਰ ਜਦੋਂ ਭਾਈ ਲਹਿਣਾ ਜੀ ਸੇਵਾ 'ਚ ਲੱਗੇ ਨੇ, ਔਰ ਜਦੋਂ ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਨੇ ਸਿਰਫ ਬ੍ਰਹਮ ਵਿੱਦਿਆ ਲੈਣ ਵਾਸਤੇ, ਉਸ ਤੱਤ ਨੂੰ ਜਾਣਨ ਵਾਸਤੇ ਕਿ ਮੈਂ ਕੌਣ ਹਾਂ, ਕਿੱਥੋਂ ਆਇਆ, ਇਹ ਕੀ ਹੈ ਸੰਸਾਰ, ਇਹ ਯਾਤਰਾ ਕਿਵੇਂ ਸਫਲ ਹੋਣੀ ਹੈ, ਉੱਥੇ ਵਿੱਦਿਆ ਪ੍ਰਾਪਤ ਕੀਤੀ ਗੁਰੂ ਨਾਨਕ ਸਾਹਿਬ ਕੋਲ ਰਹਿ ਕੇ। ਫਿਰ 12 ਸਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਗੁਰਤਾ ਗੱਦੀ ਲੈਣ ਵਾਸਤੇ ਨਹੀਂ ਕੀਤੀ, ਉਹਨਾਂ ਨੇ ਬ੍ਰਹਮ ਵਿੱਦਿਆ ਪ੍ਰਾਪਤ ਕਰਨ ਵਾਸਤੇ ਕੀਤੀ। ਉਹ ਪ੍ਰਾਪਤ ਹੋਏ, ਪਹੁੰਚੇ। ਇਸੇ ਤਰ੍ਹਾਂ 22 ਸਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕੀਤੀ। ਕੋਈ ਫੀਸ ਨਹੀਂ ਦਿੱਤੀ, ਕੋਈ ਪੈਸੇ ਨਹੀਂ ਦਿੱਤੇ। ਪੈਸਿਆਂ ਨਾਲ ਉਹ ਵਿੱਦਿਆ ਮਿਲਦੀ ਨਹੀਂ, ਉਹ ਵਿੱਦਿਆ ਸੇਵਾ ਨਾਲ ਮਿਲਦੀ ਹੈ। ਗੁਰ ਸੇਵਾ, ਗੁਰੂ ਦੀ ਸੇਵਾ ਕਰਕੇ। ਵਾ ਦਰਬ ਕਰ, ਜਾਂ ਫਿਰ ਦੂਜਾ ਤਰੀਕਾ ਪੈਸੇ ਦੇ ਕੇ ਜਿਹੜੀ ਯੂਨੀਵਰਸਿਟੀਆਂ, ਕਾਲਜਾਂ 'ਚ ਅੱਜ ਕੱਲ੍ਹ ਪੜ੍ਹਾਈ ਜਾਂਦੀ, ਉਹ ਵੀ ਇੱਕ ਤਰੀਕਾ ਵਿੱਦਿਆ ਪ੍ਰਾਪਤ ਕਰਨ ਦਾ। ਪਰ ਦੂਜਾ ਹੈ, ਮੁੱਖ ਨਹੀਂ ਹੈ, ਗੌਣ ਹੈ। ਤੀਜਾ ਹੈ ਵਿੱਦਿਆ ਵਿੱਦਿਆ ਹੋਏ। ਕਿਸੇ ਕੋਲੋਂ ਪੜ੍ਹਨਾ, ਪੰਜਾਬੀ ਪੜ੍ਹਨੀ, ਉਹਨੂੰ ਅੰਗਰੇਜ਼ੀ ਸਿਖਾ ਦਿਓ। ਕਿਸੇ ਕੋਲੋਂ ਫਾਰਸੀ ਪੜ੍ਹਨੀ ਹੈ, ਉਹਨੂੰ ਪੰਜਾਬੀ ਸਿਖਾ ਦਿਓ। ਇਹ ਤਰੀਕਾ
ਆਦਾਨ ਪ੍ਰਦਾਨ ਕਰ ਲੈਣਾ ਵਿਦਿਆ ਦਾ। ਪਰ ਜਿਹੜਾ ਬ੍ਰਹਮ ਵਿਦਿਆ ਹੈ ਗੁਰੂ ਨਾਨਕ ਕੋਲੋਂ ਮਿਲਣੀ ਹੈ। ਅਸੀਂ ਗੁਰੂ ਨਾਨਕ ਨੂੰ ਪੜ੍ਹਾ ਨਹੀਂ ਸਕਦੇ ਕੁਛ ਵੀ। ਸਾਡੇ ਕੋਲ ਇਹੋ ਜਿਹੀ ਕੋਈ ਵਿਦਿਆ ਨਹੀਂ ਅਸੀਂ ਬਾਬੇ ਨੂੰ ਕਹੀਏ ਬਾਬਾ ਸਾਨੂੰ ਤੂੰ ਬ੍ਰਹਮ ਵਿਦਿਆ ਦੇ ਦੇ, ਅਸੀਂ ਤੈਨੂੰ ਆਹ ਪੜ੍ਹਾ ਦਿੰਦੇ ਹਾਂ। ਉਹ ਬਾਬਾ ਪਹਿਲਾਂ ਹੀ ਪੜ੍ਹਿਆ ਹੋਇਆ ਹੈ, ਕਿਉਂਕਿ ਸਰਵ ਵਿਦਿਆ ਕੇ ਨਿਦਾਨ ਹੈ। ਪੈਸੇ ਦੀ ਬਾਬੇ ਨੂੰ ਭੁੱਖ ਨਹੀਂ, ਪੈਸੇ ਨਾਲ ਵਿਦਿਆ ਮਿਲਣੀ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਦੋਂ ਬ੍ਰਹਮ ਵਿਦਿਆ ਲੈਣੀ ਹੈ ਉਦੋਂ ਸਭ ਕੁਛ ਦੇਖਿਆ ਤਿਸੈ ਕਾ, ਜੋ ਕੁਛ ਵੀ ਹੈ ਉਹਦਾ ਹੀ ਕਰ ਦੇਵੇ, ਉਹਦਾ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਭਾਈ ਲਹਿਣਾ ਜੀ ਨੇ ਆਪਣਾ ਕੁਛ ਵੀ ਨਹੀਂ ਰੱਖਿਆ, ਸਾਰਾ ਕੁਝ ਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਂ ਕਰਤਾ, ਆਪਣਾ ਆਪ ਹੀ ਉਹਨਾਂ ਦੇ ਨਾਂ ਕਰਤਾ। ਸਭ ਕੁਛ ਦੇਖਿਆ ਤਿਸੈ ਕਾ, ਜਦੋਂ ਸਾਰਾ ਕੁਝ ਉਹਦਾ ਹੈ ਆਪੇ ਹੀ ਅਗਿਆਨ ਅੰਧੇਰਾ ਦੂਰ ਹੋ ਜਾਏਗਾ। ਜਦੋਂ ਮੇਰਾ ਹੈ ਉਦੋਂ ਅਗਿਆਨ ਹੈ, ਉਦੋਂ ਹਨੇਰਾ ਹੈ। ਜਦੋਂ ਤੇਰਾ ਹੈ ਉਦੋਂ ਪ੍ਰਕਾਸ਼ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਸਭ ਕੁਛ ਦੇਖਿਆ ਤਿਸੈ ਕਾ, ਜਿਨ ਕੀਆ ਤਨ ਸਾਜ। ਜਿਹਨੇ ਸਰੀਰ ਬਣਾਇਆ ਹੈ, ਜਿਸ ਨੇ ਮੈਨੂੰ ਰਚਿਆ ਹੈ, ਜੋ ਮੈਂ ਹਾਂ ਮੈਂ ਹੈ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਿਸ ਨੇ ਸਰੀਰ ਬਣਾਇਆ ਹੈ ਸਭ ਉਸੇ ਦਾ ਹੈ। ਨਾਨਕ ਸਰਣ ਕਰਤਾਰ ਕੀ, ਕਰਤਾ ਰਾਖੈ ਲਾਜ। ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅਸੀਂ ਉਸ ਕਰਤੇ ਦੀ ਸ਼ਰਨ ਵਿੱਚ ਹਾਂ ਅਤੇ ਉਹ ਕਰਤਾ ਹੀ ਲਾਜ ਰੱਖੇ। ਉਹ ਕਰਤਾ ਹੀ ਸਾਨੂੰ ਇਸ ਭਵ ਸਾਗਰ ਤੋਂ ਪਾਰ ਲੰਘਾਵੇ। ਉਹ ਕਰਤਾ ਹੀ ਕਿਰਪਾ ਕਰੇ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸਲੋਕ ਵਿੱਚ ਇਹ ਦੱਸਿਆ ਹੈ ਕਿ ਜੀਵ ਅੰਨ੍ਹੇ ਹਨ। ਜੇ ਗੁਰੂ ਦੀ ਸ਼ਰਨ ਆ ਜਾਣ, ਗੁਰੂ ਦੀ ਸੇਵਾ ਕਰਨ, ਗੁਰੂ ਦੇ ਬਚਨ ਸੁਣਨ। ਪਹਿਲਾਂ ਸੁਣਨਾ ਹੁੰਦਾ, ਫਿਰ ਉਹਨੂੰ ਮੰਨਣਾ ਹੁੰਦਾ। ਟੀਚਰ ਵੀ ਸਕੂਲਾਂ 'ਚ ਤੁਹਾਨੂੰ ਪੜ੍ਹਾਉਂਦੇ ਨੇ ਫਾਰਮੂਲਾ ਮੈਥ ਦਾ, ਸਾਇੰਸ ਦਾ। ਇੱਕ ਵਰਡ ਪਹਿਲਾਂ ਬੋਲਦੇ ਨੇ, ਸਪੋਜ਼ ਕਰੋ। ਫਾਰਮੂਲਾ ਪੜ੍ਹਾਉਣ ਤੋਂ ਪਹਿਲਾਂ ਉਹ ਕਹਿੰਦੇ ਨੇ ਸਪੋਜ਼ ਕਰੋ। ਮੰਨ ਲਓ ਮੈਥ ਪੜ੍ਹਾ ਰਹੇ ਨੇ, ਉਹ ਕਹਿਣਗੇ 500 ਰੁਪਈਆ ਹੈ, ਇਹਨੂੰ 10 ਬੰਦਿਆਂ 'ਚ ਵੰਡਣਾ, 9 'ਚ ਵੰਡਣਾ। ਸਪੋਜ਼ ਕਰੋ। ਉਹ ਮੇਰੇ ਵਰਗਾ ਕਹਿੰਦਾ ਨਹੀਂ ਜੀ 500 ਤਾਂ ਹੈ ਹੀ ਨਹੀਂ। ਦੱਸੋ ਟੀਚਰ ਜੀ ਤੁਹਾਡੀ ਜੇਬ 'ਚ ਹੈ 500? ਉਹ ਕਹਿੰਦਾ ਪੁੱਤਰ ਤੂੰ ਮੰਨ ਲੈ। ਕਹਿੰਦਾ ਮੰਨਾ ਕਿਵੇਂ, ਦਿਖਾਓ ਪਹਿਲਾਂ। ਅੱਜ ਸਾਡੇ ਸਮਾਜ ਦੀ, ਸਿੱਖ ਸਮਾਜ ਦੀ ਖਾਸ ਕਰਕੇ ਹਾਲਤ ਹੈ, ਸੁਣ ਕੇ ਰਾਜੀ ਨਹੀਂ। ਸੁਣ ਲੈਂਦੇ ਟੁੱਟਾ ਭੱਜੇ ਜੇ ਮਨ ਨਾਲ, ਉੱਪਰਲੇ ਮੰਨਦੇ ਨਹੀਂ। ਮੰਨਣ ਦੀ ਕੈਪੈਸਿਟੀ ਨਹੀਂ ਅੰਦਰ, ਸ਼ਕਤੀ ਨਹੀਂ। ਮੰਨਣ ਦੀ ਤਾਕਤ ਪੈਦਾ ਕਰਨੀ ਪਏਗੀ, ਫਿਰ ਸਮਝ ਆਏਗੀ। ਫਿਰ ਜਿਹੜੀ ਗੱਲ ਸੁਣ ਕੇ ਮੰਨੀ ਹੈ ਉਹਦਾ ਚਿੰਤਨ ਕਰਨਾ ਪੈਂਦਾ। ਉਹਨੂੰ ਨਿਧਿਆਸਨ ਕਹਿੰਦੇ ਨੇ। 4 ਪੌੜੀਆਂ ਸ੍ਰੀ ਜਪਜੀ ਸਾਹਿਬ ਵਿੱਚ ਸੁਣਨ ਦੀਆਂ, 4 ਮੰਨਣ ਦੀਆਂ, 4 ਹੀ ਨਿਧਿਆਸਨ ਦੀਆਂ। ਨਿਧਿਆਸਨ ਦਾ ਮਤਲਬ ਹੁੰਦਾ ਵੀ ਜੋ ਸੁਣਿਆ ਔਰ ਮੰਨਿਆ ਬਾਰ-ਬਾਰ ਸੁਰਤ ਵਿੱਚ ਰਿਪੀਟ ਕਰਨਾ, ਧਿਆਨ ਵਿੱਚ। ਉਹਨੂੰ ਸਿਮਰਨ ਕਹਿੰਦੇ ਨੇ, ਚਿੰਤਨ ਕਹਿੰਦੇ ਨੇ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਮਹਾਰਾਜ ਨੇ 4 ਪੌੜੀਆਂ ਵਿੱਚ ਉਸ ਨਿਰਾਕਾਰ ਨੂੰ ਸਾਕਸ਼ਾਤ ਕਰਕੇ ਆਪਣੇ ਅੰਦਰ ਅਨੁਭਵ ਕਰਾ ਦਿੱਤਾ ਹੈ। ਇਹ ਬੜੀ ਡੂੰਘੀ ਖੇਡ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸੁਣਨਾ ਆ ਜਾਵੇ, ਫਿਰ ਸਾਨੂੰ ਮੰਨਣਾ ਆ ਜਾਵੇ, ਫਿਰ ਸਾਨੂੰ ਉਹਦਾ ਚਿੰਤਨ ਕਰਨਾ ਆ ਜਾਵੇ। ਸਾਡਾ ਬੇੜਾ ਬਣਨੇ ਲੱਗ ਜੇ। ਅਸੀਂ ਇਸ ਸੰਸਾਰ ਤੋਂ ਕੀ ਲੈਣਾ। ਇਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ। ਨਾਨਕ ਸਰਣ ਕਰਤਾਰ ਕੀ, ਕਰਤਾ ਰਾਖੈ ਲਾਜ। ਕਰਤਾ ਲਾਜ ਰੱਖ ਲਵੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ, ਰਹਿ ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ। ਰਹਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਇਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ। ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ
ਚੱਲ ਕੈ ਮੈਂ ਤੱਕੀ ਤਉ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁਖ ਗਵਾਏ ਜੀਓ। ਸੋ ਕਹੋ ਟਾਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ। ਹਨੂਮਾਨ ਸਰ ਗਰੁੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਬੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸਰਨਾਈ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ